ਮਾਨਸਾ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਹੁਣ ਬੜੇ ਔਖੇ ਦੌਰ 'ਚ ਨਿਕਲ ਰਹੇ ਹਾਂ। ਮਾਨਸਾ ਦੇ ਵਿੱਚ ਵੀ ਕੇਸਿਸ ਹੁਣ ਕਾਫੀ ਕਰੋਨਾ ਦੇ ਆ ਰਹੇ ਆ। ਕਿਸੇ ਕਿਸੇ ਦਿਨ ਸਾਡਾ ਜਿਹੜਾ ਹੈਗਾ ਸੈਂਪਲ ਜਿਹੜੇ ਲਏ ਹੁੰਦੇ ਆ ਉਹਦਾ ਆਲਮੋਸਟ 1/3 ਜਿਹੜਾ ਹੈਗਾ ਉਹ ਲੋਕੀ ਜਿਹੜੇ ਪੋਜ਼ਿਟਿਵ ਆ ਰਹੇ ਹੁੰਦੇ ਆ। 30% ਪੋਜ਼ਿਟਿਵਿਟੀ ਬਹੁਤ ਹਾਈ ਪੋਜ਼ਿਟਿਵਿਟੀ ਹੁੰਦੀ ਹੈ। ਅਸੀਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਨਸੇ ਦੇ ਵਿੱਚ ਲੋਕਡਾਊਨ ਲਾਇਆ ਸੀ, ਦੁਕਾਨਾਂ ਬੰਦ ਕੀਤੀਆਂ ਸੀ, ਪਰ ਲੋਕਾਂ ਦੀ ਹੀ ਮੰਗ 'ਤੇ ਵੀ ਇਹ ਜਿਹੜੇ ਹੈਗੇ ਆ ਇਸ 'ਚ ਢਿੱਲ ਵਰਤਣ ਦੀ ਲੋੜ ਹੈ। ਅਤੇ ਉਹਦੇ ਮੁਤਾਬਕ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਨੇ ਦੁਕਾਨਾਂ ਨੂੰ ਅਤੇ ਜਿਹੜੇ ਕਾਰੋਬਾਰ ਹੈ ਉਹਨਾਂ ਨੂੰ ਢਿੱਲ ਦਿੱਤੀ ਹੈ, ਪਰ ਉਹ ਇਸ ਸ਼ਰਤ 'ਤੇ ਸੀਗਾ ਵੀ ਕੋਵਿਡ ਦੇ ਜਿਹੜੇ ਪ੍ਰੋਟੋਕੋਲ ਆ ਫੋਲੋ ਕੀਤੇ ਜਾਣ। ਮੈਂ ਦੁਬਾਰਾ ਤੋਂ ਦੱਸਦਾ ਹੈਗਾ ਵੀ ਮਾਸਕ ਪਾ ਕੇ ਰੱਖਣਾ, ਜਿਹੜੀ ਆਪਣੀ ਕਾਮਨ ਪਲੇਸਿਸ ਆ, ਪਬਲਿਕ ਪਲੇਸਿਸ ਆ, ਉੱਥੇ ਇੱਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਅਤੇ ਮੂੰਹ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥਾਂ ਨੂੰ ਸਾਫ਼ ਕਰਨਾ ਸੈਨੀਟਾਈਜ਼ਰ ਨਾਲ ਜਾਂ ਸਾਬਣ ਅਤੇ ਪਾਣੀ ਨਾਲ। ਇਹ ਜਿਹੜੇ ਹੈ ਪ੍ਰੋਟੋਕੋਲ ਇਹ ਤਿੰਨ ਤਾਂ ਹਰ ਇੱਕ ਬੰਦੇ ਲਈ ਫੋਲੋ ਕਰਨੇ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਬਾਕੀ ਇਕੱਠ ਜਿਹੜਾ ਹੈਗਾ ਕਿਤੇ ਭੀੜ ਨਾ ਹੋਵੇ, ਇਸ ਲਈ ਵੀ ਅਸੀਂ ਸਾਰਿਆਂ ਨੂੰ ਕਿਹਾ ਸੀਗਾ ਕਿ ਇਹ ਜੇ ਤੁਸੀਂ ਸ਼ਰਤਾਂ ਮੰਨਦੇ ਹੋ ਤਾਂ ਤੁਹਾਨੂੰ ਇਹ ਢਿੱਲ ਦਿੱਤੀ ਜਾਵੇਗੀ। ਲੋਕਾਂ ਨੂੰ ਵੀ ਅਪੀਲ ਹੈ ਵੀ ਕਿਤੇ ਇਕੱਠੇ ਨਾ ਹੋਣ। ਕਈ ਥਾਂ 'ਤੇ ਮੈਨੂੰ ਪਤਾ ਲੱਗਿਆ ਵੀ ਸ਼ਾਇਦ ਬੈਂਕਸ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ। ਸਾਰਿਆਂ ਨੂੰ ਰਿਕੁਐਸਟ ਹੈ ਵੀ ਦੂਰੀ ਬਣਾ ਕੇ ਰੱਖਣ ਇੱਕ ਦੂਜੇ ਤੋਂ। ਕੰਮ ਕਈ ਵਾਰ ਬੰਦੇ ਨੂੰ ਲੋੜ ਹੁੰਦੀ ਹੈ, ਬੈਂਕ 'ਚ ਜਾਣ ਦੀ ਲੋੜ ਪੈਂਦੀ ਹੈ, ਦੁਕਾਨ 'ਤੇ ਜਾਣ ਦੀ ਲੋੜ ਪੈਂਦੀ ਹੈ, ਬਟ ਆਪਾਂ ਨੂੰ ਡਿਸਪਲਿਨ 'ਚ ਰਹਿੰਦਿਆਂ ਹੋਇਆਂ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਅਤੇ ਸਾਰੇ ਪ੍ਰੋਟੋਕੋਲ ਫੋਲੋ ਕਰਦਿਆਂ ਹੋਇਆਂ ਹੀ ਆਪਾਂ ਨੂੰ ਆਪਣੀ ਰੋਜ਼ਮर्रा ਦੀ ਜ਼ਿੰਦਗੀ ਜਿਉਣੀ ਪਵੇਗੀ। ਕਰੋਨਾ ਵਾਇਰਸ ਦਾ ਪਿਛਲੇ ਸਾਲ ਸ਼ੁਰੂ ਹੋਇਆ ਸੀਗਾ ਪੈਂਡੈਮਿਕ, ਉਹ ਤੋਂ ਬਾਅਦ ਫਿਰ ਘਟਨਾ ਸ਼ੁਰੂ ਹੋ ਗਿਆ। ਲੋਕਾਂ ਨੂੰ ਭੁਲੇਖਾ ਹੋ ਗਿਆ ਵੀ ਕਰੋਨਾ ਵਾਇਰਸ ਖਤਮ ਹੋ ਗਈ, ਪਰ ਕਰੋਨਾ ਵਾਇਰਸ ਜਿਹੜੀ ਹੈਗੀ ਹੈ ਇਹ ਵਾਇਰਸ ਜਿਵੇਂ ਬਾਕੀ ਵਾਇਰਸਿਸ ਉਵੇਂ ਮਿਊਟੇਟ ਕਰਦੀ ਹੈ। ਇਹਦੇ 'ਚ ਬਦਲਾਅ ਆਉਂਦੇ ਆ, ਤਬਦੀਲੀ ਆਉਂਦੀ ਹੈ, ਅਤੇ ਕਈ ਵਾਰ ਜਿਹੜੀ ਵਾਇਰਸ ਹੈ ਉਹ ਬਦਲਾਅ ਦੇ ਨਾਲ ਉਹ ਘੱਟ ਜਿਹੜੀ ਹੈਗੀ ਆ ਉਹਦਾ ਅਸਰ ਹੋ ਜਾਂਦਾ ਹੈ, ਘੱਟ ਜਾਂਦਾ ਹੈ, ਪਰ ਕਈ ਵਾਰ ਬਦਲਾਅ ਦੇ ਨਾਲ ਉਹਦਾ ਅਸਰ ਵੱਧ ਜਾਂਦਾ। ਹੁਣ ਜਿਹੜੇ ਮਿਊਟੇਟਡ ਵਰਜ਼ਨ ਹੈ ਉਹ ਪਹਿਲੇ ਜਿਹੜੇ ਪਿਛਲੇ ਸਾਲ ਜਿਹੜਾ ਕਰੋਨਾ ਵਾਇਰਸ ਸੀ ਉਸ ਤੋਂ ਜ਼ਿਆਦਾ ਫੈਲਦਾ। ਕਈ ਲੋਕੀ ਤਾਂ ਇਹ ਸੋਚਦੇ ਆ ਵੀ ਤਕਰੀਬਨ 70-80% ਜ਼ਿਆਦਾ ਇਨਫੈਕਟਿਵ ਹੈ, ਇਸ ਕਰਕੇ ਵੱਧ ਲੋਕਾਂ ਨੂੰ ਇਨਫੈਕਸ਼ਨ ਹੋ ਰਹੀ ਹੈ। ਇੱਕ ਬੰਦਾ ਪਹਿਲਾਂ ਲਾਸਟ ਈਅਰ ਜਿਹੜਾ ਹੈਗਾ ਉਹ ਜਿਹੜਾ ਰੇਸ਼ੋ ਸੀ ਵੀ ਇੱਕ ਬੰਦਾ ਕਿੰਨੇ ਲੋਕਾਂ ਨੂੰ ਇਨਫੈਕਸ਼ਨ ਪਾਸ ਔਨ ਕਰਦਾ ਘੱਟ ਸੀ, ਇਸ ਸਾਲ ਉਹ ਬਹੁਤ ਹਾਈ ਹੈ। ਇੱਕ ਚੀਜ਼ ਹੋਰ ਦੇਖਣ ਚਾਹੀਏ ਵੀ ਕਾਫੀ ਲੋਕੀ ਇਹਦੇ 'ਚ ਅਸਿਮਟੋਮੈਟਿਕ ਹੈ, ਉਹਨਾਂ ਨੂੰ ਕਰੋਨਾ ਵਾਇਰਸ ਦੇ ਜਿਹੜੇ ਲੱਛਣ ਆ ਉਹ ਨਹੀਂ ਆਉਂਦੇ, ਪਰ ਜਿੰਨੀ ਦੇਰ ਉਹਨਾਂ ਨੂੰ ਇਨਫੈਕਸ਼ਨ ਹੁੰਦੀ ਆ ਹੋਰਾਂ ਨੂੰ ਉਹ ਪਾਸ ਔਨ ਕਰੀ ਜਾਂਦੇ ਆ, ਅਤੇ ਇਹ ਪਤਾ ਨਹੀਂ ਹੁੰਦਾ ਵੀ ਬੰਦੇ ਦੇ ਸਰੀਰ ਦੇ ਵਿੱਚ ਜਾ ਕੇ ਜਿਹੜੀ ਕਰੋਨਾ ਵਾਇਰਸ ਹੈ ਨੇ ਕਿਸ ਤਰ੍ਹਾਂ ਦਾ ਅਸਰ ਦਿਖਾਉਣਾ। ਲੋਕਾਂ ਨੂੰ ਰਿਕੁਐਸਟ ਹੈ ਜੇ ਤੁਸੀਂ ਕਿਸੇ ਵੀ ਵਿਅਕਤੀ ਦੇ ਕੰਟੈਕਟ 'ਚ ਆਏ ਹੋ ਪਿਛਲੇ ਜਦੋਂ ਬੰਦਾ ਪੋਜ਼ੀਟਿਵ ਹੁੰਦਾ ਉਸ ਤੋਂ 3 ਦਿਨਾਂ ਤੋਂ ਪਹਿਲਾਂ ਜੇ ਤੁਸੀਂ ਕੰਟੈਕਟ ਵਿੱਚ ਆਏ ਹੋ ਆਪਣੇ ਆਪ ਨੂੰ ਟੈਸਟ ਜ਼ਰੂਰ ਕਰਾਓ, ਚਾਹੇ ਬਿਮਾਰੀ ਦੇ ਲੱਛਣ ਹੈ ਜਾਂ ਨਹੀਂ। ਜੇ ਤੁਸੀਂ ਆਪਣੇ ਆਪ ਨੂੰ ਟੈਸਟ ਕਰਾ ਲਓਗੇ, ਜੇ ਕਿਸੇ ਵਿਅਕਤੀ ਨੂੰ ਇਨਫੈਕਸ਼ਨ ਹੈ ਉਹਨੂੰ ਪਤਾ ਲੱਗ ਜਾਊਗਾ, ਉਹ ਆਪਣੇ ਆਪ ਨੂੰ ਆਪਣੇ ਕਮਰੇ ਦੇ ਵਿੱਚ ਸੀਮਿਤ ਰੱਖ ਕੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਜਿਹੜੇ ਉਹਦੇ ਸਗੇ ਸੰਬੰਧੀ ਹੈ, ਦੋਸਤ ਮਿੱਤਰ ਹੈ, ਉਹਨਾਂ ਨੂੰ ਇਨਫੈਕਸ਼ਨ ਤੋਂ ਬਚਾ ਸਕਦਾ। ਸੋ ਇਸ ਕਰਕੇ ਜੇ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਜਿਹੜੇ ਬੰਦੇ ਦੇ ਸੰਪਰਕ 'ਚ ਆਏ ਹੋ ਅਤੇ ਉਹ ਬੰਦਾ ਪੋਜ਼ੀਟਿਵ ਆ ਗਿਆ, ਅਤੇ ਆਪਣੇ ਆਪ ਨੂੰ ਟੈਸਟ ਜ਼ਰੂਰ ਕਰਾਓ। ਇਸ ਤੋਂ ਡਰਨ ਦੀ ਕੋਈ ਗੱਲ ਨਹੀਂ ਹੈ। ਬਿਨਾਂ ਮਤਲਬ ਦੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਜੀ ਇਹ ਤਾਂ ਵਾਇਰਸ ਜਿਹੜੀ ਹੈ ਟੈਸਟ ਨਾਲ ਇਹਨੂੰ ਫੈਲਾਇਆ ਜਾ ਰਿਹਾ। ਜਿਹੜਾ ਹੈਲਥ ਡਿਪਾਰਟਮੈਂਟ ਹੈ ਇਸ ਦਾ ਮਕਸਦ ਹੀ ਲੋਕਾਂ ਨੂੰ ਸਿਹਤਮੰਦ ਕਰਨਾ, ਸਿਹਤ ਯਾਫਤਾ ਉਹਨਾਂ ਨੂੰ ਰੱਖਣਾ। ਜੇ ਕਿਸੇ ਨੂੰ ਕੋਈ ਬਿਮਾਰੀ ਹੈ ਤਾਂ ਬਿਮਾਰੀ ਨੂੰ ਠੀਕ ਕਰਕੇ ਬੰਦੇ ਨੂੰ ਫੇਰ ਤੰਦਰੁਸਤ ਕਰਨਾ। ਸਾਡੇ ਜਿਹੜੇ ਡਾਕਟਰ ਹੈ, ਜਿਹੜੇ ਵੀ ਸਾਡੇ ਮੈਡੀਕਲ ਸਟਾਫ ਹੈ, ਉਹ ਕੋਈ ਕਸਾਈ ਨਹੀਂ ਹੈ ਵੀ ਉਹ ਲੋਕਾਂ ਨੂੰ ਇਨਫੈਕਸ਼ਨ ਕਾਜ਼ ਕਰੀ ਜਾਣਗੇ। ਇਹ ਫਜ਼ੂਲ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ।
ਤੇ ਸਾਰਿਆਂ ਨੂੰ ਰਿਕੁਐਸਟ ਹੈ ਵੀ ਅਜਿਹੇ ਬੰਦੇ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹਨਾਂ ਨੂੰ ਨਾ ਸੁਣੋ। ਜੇ ਕੋਈ ਕਹਿੰਦਾ ਵੀ ਨਾਲ ਹੀ ਉਹਨੂੰ ਟੋਕੋ। ਤੇ ਜਿਹੜੇ ਆਪਣੀ WhatsApp ਤੇ ਵੀ ਊਟ-ਪਟਾਂਗ ਗੱਲਾਂ ਤੁਰੀਆਂ ਫਿਰਦੀਆਂ ਵੈਕਸੀਨ ਦੇ ਨਾਲ ਬੰਦਾ ਮਰ ਜਾਂਦਾ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਵੈਕਸੀਨ ਜਿਹੜੀ ਹੈਗੀ ਆ ਆਪਣੇ ਜਿਹੜੀ ਕੋਵਿਡਸ਼ੀਲਡ ਹੈ ਇਹ ਇੰਟਰਨੈਸ਼ਨਲੀ ਜਿਹੜੀ ਵੈਕਸੀਨ ਵੰਡੀ ਜਾ ਰਹੀ ਹੈ। ਕੋਵੈਕਸੀਨ ਇੰਡੀਆ ਦੀ ਬਣੀ ਹੋਈ ਹੈ। ਉਹਦੇ ਜਿਹੜੇ ਆਪਣੇ ਰਿਜ਼ਲਟ ਆਏ ਆ ਉਹ ਵੀ ਬਹੁਤ ਵਧੀਆ ਹਨ। ਤੇ ਜੋ ਡਾਟਾ ਆਇਆ ਹੈ ਕਿ ਵੈਕਸੀਨਸ ਦੇ ਨਾਲ ਕਈ ਬਹੁਤ ਥੋੜ੍ਹੇ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਰਿਐਕਸ਼ਨ ਹੋ ਜਾਂਦਾ ਹੈ। ਤੇ ਉਹ ਜਿਹੜਾ ਰਿਐਕਸ਼ਨ ਹੁੰਦਾ ਜੇ ਬੰਦਾ ਆਪਣਾ ਧਿਆਨ ਰੱਖੇ ਉਹਨੂੰ ਪਤਾ ਲੱਗ ਜਾਂਦਾ ਸਮੇਂ ਸਿਰ ਤੇ ਉਹਦਾ ਜੇ ਇਲਾਜ ਹੋ ਜਾਂਦਾ ਉਹਦਾ ਵੀ ਕੋਈ ਅਸਰ ਨਹੀਂ ਹੁੰਦਾ। ਸਟੈਟਿਸਟਿਕਲੀ ਆਪਾਂ ਜੇ ਫਿਗਰਾਂ ਦੇਖੀਏ ਇੱਕ ਬੰਦੇ ਦੇ ਉੱਤੇ ਅਸਮਾਨੀ ਬਿਜਲੀ ਡਿੱਗਣ ਦੇ ਜ਼ਿਆਦਾ ਚਾਂਸਸ ਹੈ ਬਜਾਏ ਕਿ ਉਸ ਨੂੰ ਵੈਕਸੀਨ ਨਾਲ ਕੋਈ ਰਿਐਕਸ਼ਨ ਹੋ ਕੇ ਉਹਦੀ ਮੌਤ ਹੋਣੀ। ਸੋ ਇਹ ਜਿਹੜਾ ਹੈਗਾ ਮਤਲਬ ਜੇ ਕਿਸੇ ਨੂੰ ਕੋਈ ਰਿਐਕਸ਼ਨ ਹੋਇਆ ਵੀ ਤਾਂ ਉਹ ਨੰਬਰ ਇੰਨਾ ਘੱਟ ਹੈ ਵੀ ਉਸ ਬਾਰੇ ਫਿਕਰ ਕਰਨਾ ਵੀ ਜਿਹੜਾ ਹੈਗਾ ਇਹ ਫਜ਼ੂਲ ਦੀ ਗੱਲ ਹੈ। ਤੁਸੀਂ ਕੋਈ ਵੀ ਦਵਾਈ ਜਿਹੜੀ ਅੱਜ ਦੇ ਦਿਨ ਪੈਰਾਸੀਟਾਮੋਲ ਵੀ ਹੈ ਬੰਦਾ ਜਿਹੜਾ ਹੈਗਾ ਜੇ ਲੋੜ ਪੈਂਦੀ ਆ ਉਹਨੂੰ ਨਾਲ ਹੀ ਲੈ ਲੈਂਦਾ ਇਹ ਬਿਨਾਂ ਸੋਚਿਆ ਵੀ ਇਹਦਾ ਕੋਈ ਅਸਰ ਹੈ। ਤੁਸੀਂ ਕੋਈ ਵੀ ਦਵਾਈ ਸੇਫ ਤੋਂ ਸੇਫ ਦਵਾਈ ਉਹਨੂੰ ਵੀ ਉਹਦਾ ਜਿਹੜੇ ਹੈਗੇ ਆ ਵਾਰਨਿੰਗ ਪੜ੍ਹ ਕੇ ਦੇਖ ਲਓ। ਅੱਜ ਕੱਲ੍ਹ ਸਾਰੇ ਇੰਟਰਨੈਟ 'ਤੇ ਸਾਰਿਆਂ ਦਾ ਕੰਟੈਕਟ ਹੈ ਮੋਬਾਈਲ ਹੈਗਾ ਉਹਨਾਂ ਕੋਲੇ ਇੰਟਰਨੈਟ 'ਤੇ ਚੈੱਕ ਕਰ ਲਓ ਵੀ ਕਿਹੜੀ ਦਵਾਈ ਜਿਹੜੀ ਸੇਫੈਸਟ ਗਿਣੀ ਜਾਂਦੀ ਆ ਜਿਹਨੂੰ ਖਾਂਦਿਆਂ ਹੋਇਆਂ ਬੰਦਾ ਕਿਤੇ ਸੋਚਦਾ ਵੀ ਨਹੀਂ ਵੀ ਇਹ ਦਵਾਈ ਮੈਨੂੰ ਖਾਣ ਤੋਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਤੇ ਰਿਐਕਸ਼ਨ ਨਾ ਹੋ ਜੇ। ਉਹ ਦਵਾਈਆਂ ਦਾ ਵੀ ਰਿਐਕਸ਼ਨ ਕਈ ਲੋਕਾਂ 'ਚ ਹੋ ਜਾਂਦਾ। ਸੋ ਇਸ ਕਰਕੇ ਇਹੀਆਂ ਗੱਲਾਂ ਬਾਰੇ ਗੱਲ ਕਰਨਾ ਜਾਂ ਫਿਕਰ ਕਰਨਾ ਇਹ ਫਜ਼ੂਲ ਦੀ ਗੱਲ ਹੈ। ਸਾਰਿਆਂ ਨੂੰ ਰਿਕੁਐਸਟ ਹੈ ਵੀ ਜਦੋਂ ਵੈਕਸੀਨੇਸ਼ਨ ਦਾ ਮੌਕਾ ਮਿਲਦਾ ਆਪਣੇ ਆਪ ਨੂੰ ਵੈਕਸੀਨੇਟ ਜ਼ਰੂਰ ਕਰਵਾਓ। ਤੇ ਵੈਕਸੀਨੇਸ਼ਨ ਹੋਣ ਤੋਂ ਬਾਅਦ ਵੀ ਜਿਹੜੇ ਪ੍ਰੋਟੋਕੋਲ ਹੈ ਦੂਰੀ ਬਣਾ ਕੇ ਰੱਖਣਾ ਮਾਸਕ ਪਾ ਕੇ ਰੱਖਣਾ ਹੱਥਾਂ ਨੂੰ ਸਾਫ਼ ਰੱਖਣਾ ਇਹ ਫੋਲੋ ਕਰਨੇ ਬਹੁਤ ਜ਼ਰੂਰੀ ਹੈ। ਵੈਕਸੀਨੇਸ਼ਨ ਜਿਹੜੀ ਹੈ ਉਹਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਇਨਫੈਕਸ਼ਨ ਨਹੀਂ ਹੋ ਸਕਦੀ। ਵੈਕਸੀਨੇਸ਼ਨ ਕੁਛ ਹੱਦ ਤਾਈਂ ਬਹੁਤ ਥੋੜ੍ਹੇ ਹੱਦ ਤਾਈਂ ਇਨਫੈਕਸ਼ਨ ਤੋਂ ਬਚਾਉਂਦੀ ਹੈ। ਇਸ ਦਾ ਜ਼ਿਆਦਾ ਅਸਰ ਇਹ ਹੁੰਦਾ ਵੀ ਜੇ ਬੰਦੇ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਉਹ ਇਨਫੈਕਸ਼ਨ ਥੋੜ੍ਹੀ ਦੇਰ ਰਹਿੰਦੀ ਹੈ। ਜਿਹੜੀ ਇਨਫੈਕਸ਼ਨ ਹੁੰਦੀ ਆ ਉਹਦਾ ਅਸਰ ਬਹੁਤ ਘੱਟ ਹੁੰਦਾ ਹੈ। ਅਸਿਮਟੋਮੈਟਿਕ ਜ਼ਿਆਦਾ ਰਹਿੰਦੇ ਆ ਜਾਂ ਥੋੜ੍ਹਾ ਬਹੁਤ ਕੋਈ ਸਿੰਪਟਮਸ ਆਉਂਦੇ ਆ। ਮਾਈਲਡ ਜਾਂ ਜਿਹੜਾ ਹੈਗਾ ਵੀ ਕੋਈ ਸੀਰੀਅਸ ਡਿਜ਼ੀਜ਼ ਉਹ ਬਹੁਤ ਘੱਟ ਹੁੰਦੀ ਹੈ। ਜ਼ੀਰੋ ਨਹੀਂ ਮੈਂ ਕਹਿੰਦਾ, ਹੋ ਸਕਦਾ ਕਿਸੇ ਨੂੰ ਉਹਦੇ ਬਾਵਜੂਦ ਵੀ ਕੋਈ ਪ੍ਰੋਬਲਮ ਆ ਜਾਏ ਕਿਉਂਕਿ ਵੈਕਸੀਨੇਸ਼ਨ ਤੋਂ ਬਾਅਦ ਕਈਆਂ ਦੇ ਸਰੀਰ ਦੇ ਵਿੱਚ ਇਮਿਊਨਿਟੀ ਬਿਲਡਅਪ ਨਹੀਂ ਹੁੰਦੀ। ਇਹ ਸਾਰੇ ਵੈਕਸੀਨਸ ਨਾਲ ਹੈ। ਹੁਣ ਤਾਂ ਜਿੰਨੇ ਵੀ ਦੁਨੀਆ 'ਚ ਵੈਕਸੀਨ ਬਣੀਆਂ ਉਹਦੇ ਵਿੱਚ ਆਪਾਂ ਕਹੀਏ ਵੀ ਵੈਕਸੀਨ 100% ਬੰਦੇ ਦੇ ਜਿਹੜੇ ਸਰੀਰ 'ਚ ਇਮਿਊਨ ਰਿਐਕਸ਼ਨ ਡਿਵੈਲਪ ਕਰਦੀਆਂ ਨਹੀਂ ਹੁੰਦਾ। ਸੋ ਇਸ ਕਰਕੇ ਅਖਬਾਰ ਦੇ ਵਿੱਚ ਖਬਰ ਆਉਂਦੀ ਹੈਗੀ ਹੈ ਜੀ ਉਹਨੇ ਦੋਨੇ ਡੋਜ਼ਸ ਲਾ ਲਈਆਂ ਤਾਂ ਉਹਦੇ ਫੇਰ ਵੀ ਕੁਛ ਉਹਨੂੰ ਪ੍ਰੋਬਲਮ ਆ ਗਈ। ਇਹ ਕੋਈ ਵੀ ਵੈਕਸੀਨ ਜਿਹੜੀ ਹੈਗੀ ਆ ਤੁਸੀਂ ਬੱਚਿਆਂ ਨੂੰ ਵੀ ਵੈਕਸੀਨੇਟ ਕਰਾਉਂਦੇ ਹੋ ਤੇ ਵੈਕਸੀਨਸ ਜਿਹੜੀਆਂ ਹੈਗੀਆਂ ਜਦੋਂ ਲਾਰਜ ਸਕੇਲ ਤੇ ਵੈਕਸੀਨੇਸ਼ਨ ਹੁੰਦੀ ਹੈ ਤੇ ਬਿਮਾਰੀ ਦਾ ਫੈਲਾਅ ਖਤਮ ਕਰ ਦਿੰਦੀ ਹੈ। ਪਰ ਜੇ ਤੁਸੀਂ ਵੈਕਸੀਨੇਸ਼ਨ ਘੱਟ ਹੋਵੇ ਤੇ ਬੰਦੇ ਜਿਹੜੇ ਆ ਕਿ ਬਿਮਾਰੀ ਤੁਰੀ ਫਿਰਦੀ ਹੋਏ ਤਾਂ ਵੈਕਸੀਨੇਸ਼ਨ ਦੇ ਬਾਵਜੂਦ ਵੀ ਬਿਮਾਰੀ ਹੋ ਸਕਦੀ ਹੈ। ਇਸੇ ਕਰਕੇ ਸਾਰਿਆਂ ਨੂੰ ਰਿਕੁਐਸਟ ਹੈ ਵੀ ਆਪਣੀ ਵੈਕਸੀਨੇਸ਼ਨ ਜ਼ਰੂਰ ਕਰਵਾਓ। ਜੇ ਵੈਕਸੀਨੇਸ਼ਨ ਦੀ ਇੱਕ ਡੋਜ਼ ਲੱਗ ਗਈ ਤਾਂ ਦੂਜੀ ਡੋਜ਼ ਵੀ ਲਵਾਉਣੀ ਲਾਜ਼ਮੀ ਹੈ। ਇਹ ਨਹੀਂ ਵੀ ਇੱਕ ਲਵਾ ਲਿਆ ਤੇ ਤੁਸੀਂ ਕਹੋ ਜੀ ਛੱਡਤਾ ਜੀ ਹੁਣ ਸਾਨੂੰ ਜਿੰਨੀ ਇਮਿਊਨਿਟੀ ਬਿਲਡਅਪ ਹੋਣੀ ਸੀ ਹੋਊਗੀ। ਸੈਕਿੰਡ ਡੋਜ਼ ਤੋਂ ਬਾਅਦ ਹੀ ਜਿਹੜੀ ਆਪਟੀਮਮ ਇਮਿਊਨਿਟੀ ਉਹ ਬਿਲਡਅਪ ਹੁੰਦੀ ਹੈ। ਵੈਕਸੀਨੇਸ਼ਨ ਕਰਵਾਓ, ਮੌਕਾ ਮਿਲਣ 'ਤੇ ਜਿਹੜੀ ਵੀ ਵੈਕਸੀਨ ਮਿਲਦੀ ਆ ਉਹਨੂੰ ਲਵਾ ਲਓ। ਉਸ ਤੋਂ ਬਾਅਦ ਜਿਹੜਾ ਹੈਗਾ ਫੇਰ ਵੀ ਆਪਣੇ ਪ੍ਰੋਟੋਕੋਲ ਫੋਲੋ ਕਰੋ। ਇੱਕ ਲੋਕਾਂ ਨੂੰ ਭੁਲੇਖਾ ਹੈ ਵੀ ਜੇ ਉਮਰ ਘੱਟ ਹੋਵੇ ਤਾਂ ਇਨਫੈਕਸ਼ਨ ਦਾ ਅਸਰ ਨਹੀਂ ਹੁੰਦਾ। ਅਜਿਹੀ ਕੋਈ ਗੱਲ ਨਹੀਂ। ਜਿਹੜਾ ਵੀ ਕੋਈ ਬੰਦਾ ਹੈਗਾ ਉਹਦੀ ਉਮਰ ਚਾਹੇ ਜਿਹੜੀ ਮਰਜ਼ੀ ਹੋਵੇ ਉਹਨੂੰ ਇਨਫੈਕਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਕਈ ਲੋਕੀ ਫੇਰ ਪ੍ਰੋਬਲਮ 'ਚ ਆ ਜਾਂਦੇ ਆ। ਸੋ ਇਸ ਕਰਕੇ ਚਾਹੇ ਤੁਸੀਂ ਜਵਾਨ ਹੋ ਜਾਂ ਬੁੜੇ ਹੋ ਜੋ ਵੀ ਤੁਹਾਡੀ ਉਮਰ ਹੈ ਵੈਕਸੀਨੇਸ਼ਨ ਜਦੋਂ ਮੌਕਾ ਮਿਲਦਾ ਕਰਵਾਓ ਤੇ ਉਮਰ ਦੇ ਬਾਵਜੂਦ ਵੀ ਪ੍ਰੋਟੋਕੋਲ ਜ਼ਰੂਰ ਫੋਲੋ ਕਰੋ। ਆਪਣੇ ਆਪ ਨੂੰ ਜਿਹੜੀ ਇਨਫੈਕਸ਼ਨ ਹੈ ਉਸ ਤੋਂ ਬਚਾ ਕੇ ਰੱਖੋ। ਜਿੰਨੀ ਜ਼ਿਆਦਾ ਇਹ ਇਨਫੈਕਸ਼ਨ ਲੋਕਾਂ 'ਚ ਫੈਲੇਗੀ ਉਨੀ ਇਹ 'ਚ ਮਿਊਟੇਸ਼ਨਸ ਹੋਣਗੀਆਂ। ਮਿਊਟੇਸ਼ਨਸ ਹੋਰ ਕੇ ਹੋ ਸਕਦਾ ਹੈ ਵੀ
ਜਿੰਨਾ ਹੁਣ ਤੁਸੀਂ ਦੇਖ ਰਹੇ ਹੋ ਵੀ ਇਨਫੈਕਸ਼ਨ ਹੋ ਰਹੀ ਹੈ ਤੇ ਲੋਕਾਂ ਤੇ ਇਹ ਮਾੜਾ ਅਸਰ ਪਾ ਰਹੀ ਹੈ, ਕੋਈ ਹੋਰ ਇਹਦੀ ਮਿਊਟੇਟਡ ਵਰਜ਼ਨ ਆ ਜਾਏ ਜੋ ਇਸ ਤੋਂ ਵੀ ਮਾੜੀ ਹੋਵੇ। ਸੋ ਆਪਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਵੀ ਆਪਾਂ ਜਿਹੜੀ ਕਰੋਨਾ ਬਿਮਾਰੀ ਹੈ ਇਸ ਨੂੰ ਫੈਲਣ ਤੋਂ ਰੋਕੀਏ। ਆਪਣੇ ਹੱਥ ਦੇ ਵਿੱਚ ਹੈ। ਜਿਹੜੀ ਵਾਇਰਸ ਹੈ ਕਿਸੇ ਦੇ ਘਰ ਚੱਲ ਕੇ ਨਹੀਂ ਆਉਂਦੀ, ਆਪਾਂ ਆਪਣੇ ਆਪ ਇਹਨੂੰ ਵਾਇਰਸ ਨੂੰ ਘਰ 'ਚ ਲੈ ਕੇ ਜਾਂਦੇ ਹਾਂ। ਸੋ ਧਿਆਨ ਰੱਖੋ, ਇਹਤਿਆਤ ਵਰਤੋ। ਜੇ ਤੁਸੀਂ ਕਿਸੇ ਦੇ ਕੰਟੈਕਟ ਦੇ ਵਿੱਚ ਆਉਂਦੇ ਹੋ ਜਿਹਨੂੰ ਕਰੋਨਾ ਦਾ ਤੁਹਾਨੂੰ ਪਤਾ ਲੱਗਦਾ ਵੀ ਪੋਜ਼ਿਟਿਵ ਸੀ, ਆਪਣੇ ਆਪ ਨੂੰ ਟੈਸਟ ਕਰਾਓ। ਜੇ ਪੋਜ਼ਿਟਿਵ ਆਉਂਦੇ ਹੋ ਆਈਸੋਲੇਟ ਰੱਖੋ। ਫਿਕਰ ਕਰਨ ਦੀ ਲੋੜ ਨਹੀਂ ਹੈ। ਜ਼ਿਆਦਾਤਰ ਲੋਕੀ ਜਿਹੜੇ ਆ ਉਹਨਾਂ ਨੂੰ ਸਿੰਪਟਮ ਨਹੀਂ ਆਉਂਦੇ, ਜੇ ਥੋੜ੍ਹੇ ਬਹੁਤ ਸਿੰਪਟਮ ਹੁੰਦੇ ਆ ਘਰ ਬਹਿ ਕੇ ਉਹ ਠੀਕ ਹੋ ਜਾਂਦੇ ਆ। ਸੋ ਫਿਕਰ ਨਾ ਕਰੋ, ਟੈਸਟ ਕਰਵਾਓ। ਪੋਜ਼ਿਟਿਵ ਆਉਣ 'ਤੇ ਘਰ ਆਈਸੋਲੇਟ ਰੱਖੋ ਆਪਣੇ ਆਪ ਨੂੰ। ਜੋ ਡਾਕਟਰ ਤੁਹਾਨੂੰ ਦਵਾਈ ਦਿੰਦਾ ਹੈ, ਡਾਕਟਰ ਨੂੰ ਕੰਸਲਟ ਕੀਤਿਆਂ ਬਿਨਾਂ ਕੋਈ ਦਵਾਈ ਨਾ ਲਓ। ਜਿਹੜੀ ਕਈ ਆਪਣੇ ਸਿੱਧੇ ਸਟੀਰੋਇਡ ਸ਼ੁਰੂ ਕਰ ਦਿੰਦੇ ਆ ਇਨਫੈਕਸ਼ਨ ਹੋਏ ਤੇ, ਜਾਂ ਡਾਕਟਰ ਕੋਲੇ ਚਲੇ ਜਾਂਦੇ ਆ, ਕਹਿੰਦੇ ਜੀ ਸਾਨੂੰ ਤਾਂ ਕੁਝ ਹੋਰ ਹੈ, ਟੈਸਟ ਕਰਾਉਂਦੇ ਨਹੀਂ, ਸਟੀਰੋਇਡ ਸ਼ੁਰੂ ਕਰ ਲੈਂਦੇ ਆ ਤੇ ਸਟੀਰੋਇਡ ਸ਼ੁਰੂ ਕਰਨ ਤੋਂ ਬਾਅਦ ਬਿਮਾਰੀ ਹੋਰ ਜ਼ਿਆਦਾ ਫੈਲਦੀ ਹੈ। ਸੋ ਜਿਹੜੇ ਆਪਣੇ ਗੂਗਲ ਕਰਕੇ ਜਾਂ ਨੈੱਟ ਤੋਂ ਜਾਣਕਾਰੀ ਲੈ ਕੇ ਦਵਾਈਆਂ ਖਾਣੀਆਂ ਸ਼ੁਰੂ ਕੋਈ ਵੀ ਨਾ ਕਰੇ। ਡਾਕਟਰ ਨੂੰ ਕੰਸਲਟ ਕਰਕੇ ਹੀ ਕੋਈ ਦਵਾਈ ਲਈ ਜਾਣੀ ਚਾਹੀਦੀ ਹੈ। ਜੋ ਡਾਕਟਰ ਕਹਿੰਦਾ ਉਹਨੂੰ ਫੋਲੋ ਕਰੋ। ਜੇ ਉਹ ਟੈਸਟ ਕਹਿੰਦਾ ਤਾਂ ਟੈਸਟ ਕਰਾਓ। ਆਪਣੇ ਆਪ ਕੈਟ ਸਕੈਨ ਕਰਾਉਣਾ, CT ਸਕੈਨ ਕਰਾਉਣਾ ਜਾਂ ਆਪਣੇ ਜਿਹੜੇ ਹੈਗੇ ਆ ਐਕਸਰੇ ਕਰਾਈ ਜਾਣੇ, ਉਹਦਾ ਕੋਈ ਫਾਇਦਾ ਨਹੀਂ ਹੈ, ਸਗੋਂ ਉਹਦਾ ਵੀ ਨੁਕਸਾਨ ਹੁੰਦਾ ਹੈ। ਸੋ ਆਪਾਂ ਜਿਹੜੇ ਔਖਾ ਦੌਰ ਹੈ ਇਹਦੇ ਵਿੱਚੋਂ ਆਪਾਂ ਉਦੋਂ ਹੀ ਉੱਤਰ ਸਕਦੇ ਹਾਂ ਜੇ ਆਪਾਂ ਸਾਰੇ ਹੀ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੀ ਜਿਹੜੇ ਹੈਗੇ ਆ ਕੋਵਿਡ ਅਪਰੋਪਰੀਏਟ ਜਿਹੜੇ ਪ੍ਰੋਟੋਕਾਲ ਆਪਾਂ ਕਹਿ ਦਿੰਦੇ ਆ ਉਹਨੂੰ ਫੋਲੋ ਕਰੀਏ। ਤੇ ਸਾਰਿਆਂ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹਨੂੰ ਕਿਸੇ ਨੂੰ ਲੋੜ ਹੋਵੇ ਉਸ ਨੂੰ ਬੈੱਡ ਮਿਲੇ, ਆਕਸੀਜਨ ਮਿਲੇ। ਪਰ ਕੋਈ ਵੀ ਮੁਲਕ ਅਜਿਹਾ ਨਹੀਂ ਹੈ ਜਿਹਦੇ ਜੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਜਾਏ ਤਾਂ ਉਹਦੇ ਇੰਨੇ ਵਸੀਲੇ ਹੋਣ ਵੀ ਇਕੱਲੇ ਬੰਦੇ ਦਾ ਉਹ ਦੇਖਭਾਲ ਕਰ ਸਕੇ। ਸਾਡੇ ਵੱਲੋਂ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ, ਪਰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਸਿਵਲ ਹਸਪੀਟਲ ਮਾਨਸਾ ਵਿਖੇ ਅਸੀਂ L2 ਫੈਸਿਲਿਟੀ ਬਣਾਈ ਹੈ। ਉਸ ਤੋਂ ਇਲਾਵਾ ਪ੍ਰਾਈਵੇਟ ਹਸਪੀਟਲ ਮੈਡੀਸਿਟੀ ਦੇ ਵਿੱਚ 20 ਬੈੱਡ ਦੀ ਅਸੀਂ ਪ੍ਰਵਾਨਗੀ ਦਿੱਤੀ ਹੈ। ਵਿਰਕ ਹਸਪੀਟਲ ਨੂੰ ਅਸੀਂ ਪਹਿਲਾਂ ਜਿਹੜਾ ਹੈਗਾ 8 ਬੈੱਡ ਦੀ ਦਿੱਤੀ ਸੀ, ਹੁਣ 12 ਦੀ ਕੀਤੀ ਹੈ। ਬਰਾੜ ਹਸਪਤਾਲ ਦੇ ਵਿੱਚ 4 ਬੈੱਡਸ ਦਾ ਕੀਤਾ। ਜਨਕ ਨਰਸਿੰਗ ਹੋਮ ਦੇ ਵਿੱਚ ਅਸੀਂ 10 ਬੈੱਡਸ ਦਾ ਕੀਤਾ। ਆਕਾਸ਼ ਨਰਸਿੰਗ ਹੋਮ ਦੇ ਵਿੱਚ 10 ਬੈੱਡਸ ਦਾ ਕੀਤਾ। ਤੇ ਆਕਸੀਜਨ ਸਪਲਾਈ ਵੀ ਅਸੀਂ ਜਿਹੜੇ ਹੈਗੇ ਦਿਨ ਰਾਤ ਲਾ ਕੇ ਅਸੀਂ ਇੰਸ਼ੋਰ ਕਰ ਰਹੇ ਹਾਂ ਵੀ ਕਿਤੇ ਵੀ ਕੋਈ ਘਾਟ ਨਾ ਹੋਵੇ। ਪਰ ਤੁਹਾਡੇ ਸਹਿਯੋਗ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਉਸ ਤੋਂ ਬਿਨਾਂ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ ਉਹ ਜਿਹੜੀ ਹੈਗੀ ਆ ਉਹ ਵੀ ਘੱਟ ਰਹਿ ਜਾਵੇਗੀ। ਤੇ ਅਸੀਂ ਨਹੀਂ ਚਾਹੁੰਦੇ ਵੀ ਮਾਨਸੇ ਦੇ ਵਿੱਚ ਲੋਕੀ ਜਿਹੜੇ ਆ ਉਹ ਕਿਸੇ ਵੀ ਤਰੀਕੇ ਨਾਲ ਸਫ਼ਰ ਕਰਨ। ਤੁਸੀਂ ਦਿੱਲੀ ਦੇ ਵਿੱਚ ਹੋਰ ਰਾਜਾਂ ਦੇ ਵਿੱਚ ਦੇਖ ਹੀ ਲਿਆ ਕਿ ਬਿਮਾਰੀ ਕਰ ਸਕਦੀ ਹੈ। ਸੋ ਸਾਰਿਆਂ ਨੂੰ ਦੁਬਾਰਾ ਰਿਕੁਐਸਟ ਹੈ, ਤੁਸੀਂ ਇਹਤਿਆਤ ਵਰਤੋ। ਸਾਰੇ ਆਪਾਂ ਤੰਦਰੁਸਤ ਰਹੀਏ, ਸਿਹਤ ਯਾਫਤਾ ਰਹੀਏ ਤੇ ਮਾਨਸੇ ਦੇ ਵਿੱਚ ਜਿਹੜੇ ਹੈਗੇ ਆ ਆਪਾਂ ਇਹ ਬਿਮਾਰੀ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਈਏ। ਤੇ ਅਲਟੀਮੇਟਲੀ ਇਸ ਨੂੰ ਆਪਾਂ ਕਹਿ ਸਕਦੇ ਹਾਂ ਵੀ ਕੁਛ ਦੇਰ ਤਾਈਂ ਇਹ ਜਿਹੜੀ ਬਿਮਾਰੀ ਹੈ, ਇਸ ਦਾ ਜਿਹੜਾ ਪ੍ਰਕੋਪ ਹੈ, ਇਸ ਦਾ ਜਿਹੜਾ ਅਸਰ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।